ਪੁਰਾਣੇ ਜ਼ਮਾਨੇ 'ਚ ਸੋਵੀਅਤ ਯੂਨੀਅਨ ਦੇ ਜ਼ਮਾਨੇ 'ਚ ਵਾਰਸਾ ਪੈਕਟ ਦੀ ਕੰਟਰੀ ਸੀ। ਉਹਦੇ ਵਿੱਚੋਂ ਕਈ ਕੰਟਰੀਆਂ ਜਿਹੜਾ ਰਮਾਨੀਆ, ਬੁਲਗਾਰੀਆ, ਪੋਲੈਂਡ ਵਗੈਰਾ ਨੈਟੋ ਦੇ ਵਿੱਚ ਲਿਆ ਗਈ। ਯੂਕਰੇਨ ਦਾ ਨੈਟੋ ਜਾਣਾ ਰੂਸ ਨੂੰ ਮਨਜ਼ੂਰ ਨਹੀਂ ਹੈ, ਕਿਉਂਕਿ ਰੂਸ ਦਾ ਜਿੰਨਾ ਵੀ ਜ਼ਿਆਦਾ ਵਪਾਰ ਹੁੰਦਾ ਹੈ ਉਹ ਬਲੈਕ ਸੀ ਦੇ ਥਰੂ ਹੁੰਦਾ ਹੈ। ਰੂਸ ਕੋਲੇ ਵਾਰਮ ਵਾਟਰ ਪੋਰਟਸ ਨਹੀਂ ਹੈ। ਉਹਦੇ ਜਿਹੜੇ ਨਾਰਥ ਦੇ ਪੋਰਟਸ ਨੇ ਉਹ 6 ਮਹੀਨੇ ਬਰਫ਼ ਨਾਲ ਜੰਮੇ ਰਹਿੰਦੇ ਨੇ। ਸਾਊਥ ਦੀ ਪੋਰਟਸ ਦੇ ਥਰੂ ਹੀ ਉਹ ਟਰੇਡ ਕਰ ਸਕਦਾ। ਇਸ ਕਰਕੇ ਯੂਕਰੇਨ ਰੂਸ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇਕਰ ਭਾਰਤ ਦੇ ਸੰਬੰਧਾਂ ਦੀ ਗੱਲ ਕੀਤੀ ਜਾਏ ਤਾਂ ਭਾਰਤ ਦੇ ਸੰਬੰਧ ਰੂਸ ਔਰ ਯੂਕਰੇਨ ਦੇ ਨਾਲ ਠੀਕ ਰਹੇ ਨੇ, ਤੇ ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜਾ ਜੰਗ ਹੈਗਾ ਇਸ ਦਾ ਕੀ ਅਸਰ ਭਾਰਤ ਤੇ ਪਏਗਾ? ਕਿਉਂਕਿ ਦੇਖਿਆ ਜਾਏ ਤਾਂ ਜੰਗ ਤੋਂ ਪਹਿਲਾਂ ਯੂਕਰੇਨ ਨੇ ਵੀ ਭਾਰਤ ਤੋਂ ਮਦਦ ਮੰਗੀ ਸੀ। ਭਾਰਤ ਵਾਸਤੇ ਰੂਸ ਵੀ ਬਹੁਤ ਜ਼ਰੂਰੀ ਹੈ ਤੇ ਅਮਰੀਕਾ ਵੀ ਬਹੁਤ ਜ਼ਰੂਰੀ ਹੈ। ਦੇਸ਼ਾਂ ਦੇ ਵਿੱਚ ਸ਼ਾਂਤੀ ਹੋਣਾ ਬਹੁਤ ਜ਼ਰੂਰੀ ਹੈ, ਪਰ ਕਈ ਵਾਰ ਇਸ ਸ਼ਾਂਤੀ ਦੇ ਲਈ ਜੰਗ ਵੀ ਕੀਤੀ ਜਾਂਦੀ ਹੈ। ਹੁਣ ਇਸੇ ਸ਼ਾਂਤੀ ਦੇ ਲਈ ਯੂਕਰੇਨ ਅਤੇ ਰੂਸ ਦੇ ਵਿਚਕਾਰ ਜੰਗ ਚੱਲ ਰਹੀ ਹੈ, ਜੋ ਕਿ ਭਾਰਤ ਤੇ ਕਿਸ ਤਰ੍ਹਾਂ ਦਾ ਅਸਰ ਪਾਏਗੀ, ਇਸ ਬਾਰੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਰਿਟਾਇਰਡ ਬ੍ਰਿਗੇਡੀਅਰ ਹਰਵੰਤ ਸਿੰਘ ਜੀ ਮੌਜੂਦ ਨੇ, ਜਿਨ੍ਹਾਂ ਨੇ ਆਪ ਭਾਰਤ ਦੇ ਵਿੱਚ ਜਿਹੜੀ 65 ਅਤੇ 71 ਦੀਆਂ ਲੜਾਈਆਂ ਹੋਈਆਂ ਨੇ ਉਸ ਦੇ ਵਿੱਚ ਸ਼ਮੂਲੀਅਤ ਕੀਤੀ ਹੈ। ਗੱਲਬਾਤ ਕਰਦੇ ਹਾਂ ਸਰ, ਇਸ ਵੇਲੇ ਇੱਕ ਵਾਰ ਫਿਰ ਵਿਸ਼ਵ ਦੇ ਵਿੱਚ ਜੰਗ ਦੇ ਹਾਲਾਤ ਨੇ, ਰੂਸ ਤੇ ਯੂਕਰੇਨ ਹੈ ਜਿਹੜਾ ਆਪਸ ਦੇ ਵਿੱਚ ਲੜਾਈ ਕਰ ਰਿਹਾ, ਫਿਰ ਤੋਂ ਸ਼ਾਂਤੀ ਦੇ ਵੱਲ ਜਾਣ ਦੇ ਲਈ ਕਿਵੇਂ ਦੇਖਦੇ ਹੋ ਉਹਨਾਂ ਦਾ? ਇਹ ਦੇਖੋ, ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੇਖਣਾ ਪੈਂਦਾ ਹੈ ਕਿ ਇਹ ਲੜਾਈ ਕਿਉਂ ਹੋਈ, ਇਹਦਾ ਰੀਜ਼ਨ ਕੀ ਹੈ। ਇਹਦਾ ਮੇਨ ਰੀਜ਼ਨ ਇਹ ਹੈ ਕਿ ਪ੍ਰੈਜ਼ੈਂਟ ਯੂਕਰੇਨ ਦਾ ਜੋ ਸਰਕਾਰ ਹੈ ਉਹ ਚਾਹੁੰਦੀ ਸੀ ਕਿ ਉਹ ਨੈਟੋ ਦੇ ਵਿੱਚ ਸ਼ਾਮਲ ਹੋ ਜਾਏ। ਨੈਟੋ ਕਾਫੀ ਈਸਟ ਵੱਲ ਐਕਸਪੈਂਡ ਹੋ ਚੁੱਕਾ ਹੈ। ਜਿਹੜੀ ਪੁਰਾਣੇ ਜ਼ਮਾਨੇ 'ਚ ਸੋਵੀਅਤ ਯੂਨੀਅਨ ਦੇ ਜ਼ਮਾਨੇ 'ਚ ਵਾਰਸਾ ਪੈਕਟ ਦੀ ਕੰਟਰੀ ਸੀ, ਉਹਦੇ ਵਿੱਚੋਂ ਕਈ ਕੰਟਰੀਆਂ ਜਿਹੜਾ ਰਮਾਨੀਆ, ਬੁਲਗਾਰੀਆ, ਪੋਲੈਂਡ ਵਗੈਰਾ ਨੈਟੋ ਦੇ ਵਿੱਚ ਲਿਆ ਗਈਆਂ, ਔਰ ਉਹਦੇ ਨਾਲ ਨੈਟੋ ਦਾ ਇਨਫਲੂਐਂਸ ਬਿਲਕੁਲ ਰੂਸ ਦੇ ਦਰਵਾਜ਼ੇ 'ਤੇ ਆ ਗਿਆ। ਯੂਕਰੇਨ ਦਾ ਨੈਟੋ ਜਾਣਾ ਰੂਸ ਨੂੰ ਮਨਜ਼ੂਰ ਨਹੀਂ ਹੈ, ਕਿਉਂਕਿ ਰੂਸ ਦਾ ਜਿੰਨਾ ਵੀ ਜ਼ਿਆਦਾ ਵਪਾਰ ਹੁੰਦਾ ਹੈ ਉਹ ਬਲੈਕ ਸੀ ਦੇ ਥਰੂ ਹੁੰਦਾ ਹੈ। ਰੂਸ ਕੋਲੇ ਵਾਰਮ ਵਾਟਰ ਪੋਰਟਸ ਨਹੀਂ ਹੈ। ਉਹਦੇ ਜਿਹੜੇ ਨਾਰਥ ਦੇ ਪੋਰਟਸ ਨੇ ਉਹ 6 ਮਹੀਨੇ ਬਰਫ਼ ਨਾਲ ਜੰਮੇ ਰਹਿੰਦੇ ਨੇ। ਸਾਊਥ ਦੀ ਪੋਰਟਸ ਦੇ ਥਰੂ ਹੀ ਉਹ ਟਰੇਡ ਕਰ ਸਕਦਾ। ਰੂਸ ਦਾ ਮੈਡੀਟਰੇਨੀਅਨ ਵਾਸਤੇ ਜਿਹੜਾ ਜੰਗੀ ਬੇੜਾ ਹੈ ਉਹ ਜ਼ਿਆਦਾਤਰ ਉਹਦੀ ਬੇਸ ਓਡੀਸ਼ਾ, ਕ੍ਰੀਮੀਆ ਦੇ ਉੱਤੇ ਹੈ। ਇਸ ਕਰਕੇ ਯੂਕਰੇਨ ਰੂਸ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਪ੍ਰੈਜ਼ੈਂਟ ਸਰਕਾਰ ਚਾਹੁੰਦੀ ਸੀ ਕਿ ਉਹ ਨੈਟੋ ਦੇ ਵਿੱਚ ਸ਼ਾਮਲ ਹੋ ਜਾਏ, ਤਾਂ ਰੂਸ ਨੇ ਉੱਥੇ ਗੜਬੜ ਕਰਾਈ ਅਤੇ ਜੋ ਰੂਸੀ ਸਪੀਕਿੰਗ ਇਲਾਕੇ ਨੇ, 2 ਇਲਾਕੇ ਉਹ ਵੀ ਉਹਨਾਂ ਨੇ ਕੈਪਚਰ ਕਰ ਲਏ। ਯੂਕਰੇਨ ਅਤੇ ਰੂਸ ਦੇ ਸੰਬੰਧ ਬਹੁਤ ਪੁਰਾਣੇ ਨੇ। ਕਿਸੇ ਜ਼ਮਾਨੇ 'ਚ ਇੱਕੋ ਕੰਟਰੀ ਹੋਇਆ ਕਰਦੇ ਸੀ, ਉੱਥੇ ਰੂਸੀ ਬੋਲੀ ਵੀ ਜਾਂਦੀ ਹੈ। ਇਸ ਕਰਕੇ ਕਲਚਰਲੀ ਰੂਸ ਅਤੇ ਯੂਕਰੇਨ ਇੱਕ ਜਨੇ। ਤੁਹਾਨੂੰ ਯਾਦ ਹੋਵੇਗਾ ਕਿ ਖਰੁਸ਼ਚੇਵ ਜੋ ਰੂਸ ਦਾ ਬਹੁਤ ਵੱਡਾ ਲੀਡਰ ਹੈ ਉਹ ਬੇਸਿਕਲੀ ਯੂਕਰੇਨੀਅਨ ਸੀ। ਇਸ ਕਰਕੇ ਰੂਸ ਦੇ ਕਲਚਰਲ ਔਰ ਸੋਸ਼ਲਿਸਟ ਜੋ ਸੰਬੰਧ ਨੇ ਉਹ ਬਹੁਤ ਪੁਰਾਣੇ ਨੇ। ਦੂਸਰਾ, ਬਲੈਕ ਸੀ ਦੀ ਇੰਪੋਰਟੈਂਸ ਕਰਕੇ ਰੂਸ ਨਹੀਂ ਚਾਹੇਗਾ ਕਿ ਯੂਕਰੇਨ ਨੈਟੋ ਵੱਲ ਜਾਏ। ਮੇਨ ਰੀਜ਼ਨ ਇਹਦਾ ਇਹ ਹੈ ਕਿ ਪ੍ਰੈਜ਼ੈਂਟ ਸਰਕਾਰ ਨੈਟੋ ਵੱਲ ਜਾਣਾ ਚਾਹੁੰਦੀ ਸੀ, ਰੂਸ ਨਹੀਂ ਚਾਹੁੰਦਾ ਕਿ ਨੈਟੋ ਵੱਲ ਯੂਕਰੇਨ ਚਲਾ ਜਾਏ। ਉਹਨੂੰ ਰੋਕਣ ਵਾਸਤੇ ਇਹ ਸਾਰੀ ਕਾਰਵਾਈ ਰੂਸ ਨੇ ਕੀਤੀ ਹੈ। ਤੁਹਾਨੂੰ ਨਹੀਂ ਲੱਗਦਾ ਕਿ ਬਾਤਚੀਤ ਨਾਲ ਜਾਂ ਕਿਸੇ ਹੋਰ ਤਰੀਕੇ ਨਾਲ ਇਹ ਗੱਲ ਹੱਲ ਕੀਤੀ ਜਾ ਸਕਦੀ ਸੀਗੀ, ਕਿ ਸਿਰਫ ਇੱਕ ਜੰਗ ਹੀ ਇਸ ਦਾ ਇਲਾਜ ਸੀ? ਬਿਲਕੁਲ ਠੀਕ ਹੈ, ਕਿਉਂਕਿ ਪੁਰਾਣੀ ਸਰਕਾਰ ਜਿਹੜੀ ਸੀ ਉਹ ਪ੍ਰੋ ਰਸ਼ੀਆ ਸੀ, ਉਹਦੇ ਨਾਲ ਕੋਈ ਮਸਲਾ ਨਹੀਂ ਹੋਇਆ। ਇੱਥੋਂ ਤੱਕ ਕਿ ਜਦੋਂ ਸੋਵੀਅਤ ਯੂਨੀਅਨ ਟੁੱਟਿਆ ਉਸ ਵੇਲੇ ਯੂਕਰੇਨ ਦੇ ਪਾਸ ਨਿਊਕਲੀਅਰ ਵੈਪਨ ਵੀ ਸੀ, ਜੋ ਉਹਨਾਂ ਨੇ ਬਾਅਦ ਵਿੱਚ ਰੂਸ ਨੂੰ ਹੀ ਸਰੈਂਡਰ ਕਰ ਦਿੱਤੇ, ਇਸ ਅੰਡਰਸਟੈਂਡਿੰਗ ਨਾਲ ਕਿ ਰੂਸ ਉਹਨਾਂ ਦੀ ਸਿਕਿਉਰਿਟੀ ਦੀ ਗਰੰਟੀ ਕਰੇਗੀ। ਪਰ ਜੋ ਨਵੀਂ ਸਰਕਾਰ ਆਈ, ਇਹਨਾਂ ਦੀ ਇਨਕਲੀਨੇਸ਼ਨ ਵੈਸਟਰਨ ਵੱਲ ਹੋਣ ਕਰਕੇ ਰੂਸ ਅਨਾਏ ਹੋ ਗਿਆ, ਔਰ ਰੂਸ ਨੂੰ ਇਹ ਇੱਕ ਕਿਸਮ ਦਾ ਜ਼ਬਰਦਸਤ ਸਟੈਪ ਚੱਕਣਾ ਪਿਆ, ਕਿਉਂਕਿ ਰੂਸ ਚਾਹੁੰਦਾ ਹੈ ਕਿ ਯੂਕਰੇਨ ਨੈਟੋ ਵੱਲ ਨਾ ਜਾਏ, ਉਹ ਰਸ਼ੀਆ ਫਰੈਂਡਲੀ ਰਹੇ, ਔਰ ਇਸ ਕਰਕੇ ਰੂਸ ਉੱਥੇ ਰਜੀਮ ਚੇਂਜ ਕਰਨ ਵਾਸਤੇ ਅਟੈਕ ਕੀਤਾ ਹੈ। ਜੇਕਰ ਭਾਰਤ ਦੇ ਸੰਬੰਧਾਂ ਦੀ ਗੱਲ ਕੀਤੀ ਜਾਏ ਤਾਂ ਭਾਰਤ ਦੇ ਸੰਬੰਧ ਰੂਸ ਔਰ ਯੂਕਰੇਨ ਦੇ ਨਾਲ ਠੀਕ ਰਹੇ ਨੇ, ਤੇ ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜਾ ਜੰਗ ਹੈਗਾ ਇਸ ਦਾ ਕੀ ਅਸਰ ਭਾਰਤ ਤੇ ਪਏਗਾ? ਕਿਉਂਕਿ ਦੇਖਿਆ ਜਾਏ ਤਾਂ ਜੰਗ ਤੋਂ ਪਹਿਲਾਂ ਯੂਕਰੇਨ ਨੇ ਵੀ ਭਾਰਤ ਤੋਂ ਮਦਦ ਮੰਗੀ ਸੀ। ਭਾਰਤ ਵਾਸਤੇ ਰੂਸ ਵੀ ਬਹੁਤ ਜ਼ਰੂਰੀ ਹੈ ਅਤੇ ਅਮਰੀਕਾ ਵੀ ਬਹੁਤ ਜ਼ਰੂਰੀ ਹੈ। ਅਮਰੀਕਾ ਸਾਡੇ ਵਾਸਤੇ ਇਸ ਤਰ੍ਹਾਂ ਜ਼ਰੂਰੀ ਹੈ ਕਿਉਂਕਿ ਚੀਨ ਦੇ ਅਗੇਂਸਟ ਅਗਰ ਕੋਈ ਕਾਰਵਾਈ ਕਰਨੀ ਹੈ ਉਹਦੇ ਵਾਸਤੇ ਕੁਆਡ ਆਰਗੇਨਾਈਜ਼ ਹੋ ਰਿਹਾ ਹੈ, ਔਰ ਉਸ ਨਾਲ ਸਾਨੂੰ ਅਮਰੀਕਾ ਦੀ ਮਦਦ ਮਿਲ ਸਕਦੀ ਹੈ। ਰੂਸ ਨਾਲ ਸਾਡੇ ਡਿਫੈਂਸ ਸੰਬੰਧ ਬਹੁਤ ਗੂੜੇ ਨੇ, ਬਹੁਤ ਜ਼ਿਆਦਾ ਨੇ, ਔਰ ਬਹੁਤ ਜ਼ਰੂਰੀ ਨੇ।
ਥੋੜ੍ਹੀ ਦੇਰ ਪਹਿਲਾਂ ਹੁਣੀ ਅਸੀਂ ਰਸ਼ੀਆ ਤੋਂ S-400 ਐਂਟੀ 에ਅਰ ਡਿਫੈਂਸ ਜਾਂ 에ਅਰ ਡਿਫੈਂਸ ਸਿਸਟਮ ਖਰੀਦਿਆ। ਇਸ ਕਰਕੇ ਅਸੀਂ ਰਸ਼ੀਆ ਨੂੰ ਵੀ ਅਨੋਏ ਨਹੀਂ ਕਰ ਸਕਦੇ ਔਰ ਅਮਰੀਕਾ ਨੂੰ ਵੀ ਅਨੋਏ ਨਹੀਂ ਕਰਦੇ। ਇਸੇ ਕਰਕੇ ਅਸੀਂ ਇੱਕ ਕਿਸਮ ਦਾ ਮਿਡਵੇ ਸਟਾਂਸ ਲਿਆ ਹੈ, ਅਪੀਲ ਕੀਤੀ ਹੈ ਕਿ ਦੋਵੇਂ ਕੰਟਰੀ ਬਾਤਚੀਤ ਨਾਲ ਆਪਣੀ ਪ੍ਰੋਬਲਮ ਨੂੰ ਸੋਲਵ ਕਰਨ। ਜੋ UN ਦੇ ਵਿੱਚ ਰੈਜ਼ੋਲੂਸ਼ਨ ਹੋਇਆ ਉਹਦੇ ਉੱਤੇ ਵੀ ਅਸੀਂ ਵੋਟ ਨਹੀਂ ਪਾਇਆ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਕਿਸੇ ਕੰਟਰੀ ਨਾਲ ਸਾਈਡ ਲਈ ਲਈਏ ਔਰ ਅਸੀਂ ਨਿਊਟਰਲ ਰਹੀਏ ਇਹਨਾਂ ਦੇ ਲੜਾਈ ਦੇ ਵਿੱਚੋਂ। ਜਿਵੇਂ ਹੁਣ ਜੰਗ ਤਾਂ ਸ਼ੁਰੂ ਹੋ ਹੀ ਗਈ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਤਾਕੀਦ ਕੀਤੀ ਗਈ ਸੀਗੀ ਕਿ ਯੂਕਰੇਨ ਦੇ ਵੱਲੋਂ ਕਿ ਤੁਸੀਂ ਆਓ ਤੇ ਸਾਡਾ ਜਿਹੜਾ ਮਸਲਾ ਹੈਗਾ ਇਸ ਦੇ ਵਿੱਚ ਤੁਸੀਂ ਉਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੋ। ਤੁਹਾਨੂੰ ਲੱਗਦਾ ਹੈ ਕਿ ਅਗਰ ਵੱਡੇ ਪੱਧਰ ਤੇ ਰਾਸ਼ਟਰਪਤੀ ਜਾਂ ਫਿਰ ਪ੍ਰਧਾਨ ਮੰਤਰੀ ਦੇ ਵਿੱਚ ਕੋਈ ਦਖਲ ਦਿੱਤਾ ਜਾਂਦਾ ਹੈ ਤਾਂ ਇਸ ਦਾ ਕੋਈ ਹੱਲ ਨਿਕਲ ਸਕਦਾ ਹੈ? ਹਾਂ, ਅਸੀਂ ਕੋਸ਼ਿਸ਼ ਕਰਾਂਗੇ ਕਿ ਡਿਪਲੋਮੈਟਿਕਲੀ ਇਹਦਾ ਕੋਈ ਸੋਲੂਸ਼ਨ ਨਿਕਾਲਿਆ ਜਾਏ। ਅਸੀਂ ਜਿੰਨੀ ਸਾਡੇ ਸੰਬੰਧ ਨੇ ਰਸ਼ੀਆ ਨਾਲ ਤੇ ਦੂਜਿਆਂ ਨਾਲ, ਅਸੀਂ ਆਪਣੀ ਡਿਪਲੋਮੈਟਸ ਦੇ ਥਰੂ ਕੋਸ਼ਿਸ਼ ਕਰਾਂਗੇ ਕਿ ਗੱਲ ਨੂੰ ਵਧਾਇਆ ਨਾ ਜਾਵੇ, ਗੱਲ ਬਾਤਚੀਤ ਨਾਲ ਹੀ ਇੱਥੇ ਸੋਲਵ ਹੋ ਜਾਏ ਤਾਂ ਕਿ ਇਹਦਾ ਕੋਈ ਸੋਲੂਸ਼ਨ ਜਲਦੀ ਨਿਕਲੇ। ਪਰ ਰਸ਼ੀਆ, ਜਿੱਥੋਂ ਤੱਕ ਰਸ਼ੀਆ ਦਾ ਸਟਾਂਸ ਹੈ ਕਿ ਉਹ ਕਦੇ ਨਹੀਂ ਚਾਹੇਗਾ ਕਿ ਯੂਕਰੇਨ ਨੈਟੋ ਦਾ ਹਿੱਸਾ ਬਣੇ। ਅਮਰੀਕਾ ਨੂੰ ਵੀ ਚਾਹੀਦਾ ਹੈ ਕਿ ਉਹ ਥੋੜ੍ਹਾ ਰਿਅਲਾਈਜ਼ ਕਰੇ ਔਰ ਆਪਣੀ ਨੈਟੋ ਨੂੰ ਇੰਨਾ ਜ਼ਿਆਦਾ ਈਸਟ ਵੱਲ ਨਾ ਭੇਜੇ ਕਿ ਰਸ਼ੀਆ ਉਹਨੂੰ बड़ी थ्रेट समझे और वायलेंट उसके ऊपर रिएक्शन करे। इस करके ਇਹਦਾ डिप्लोमेटिक हल होना चाहिए और ताकि दोनों शांति रहे और जो जंग है ज़्यादा ना ਵਧੇ। ਕਿਸ ਤਰ੍ਹਾਂ ਦੇ ਹਥਿਆਰ ਨੇ ਜਿਹੜੇ ਉਹ ਇਸ ਜੰਗ ਦੇ ਵਿੱਚ ਇਸਤੇਮਾਲ ਕੀਤੇ ਜਾ ਸਕਦੇ ਨੇ, ਕਿਉਂਕਿ ਹੁਣ ਕਾਫੀ ਐਡਵਾਂਸ ਸਥਿਤੀ ਹੋ ਗਈ। ਅਗਰ ਆਪਾਂ ਵਰਲਡ ਵਾਰ 2 ਦੀ ਗੱਲ ਕਰੀਏ ਤਾਂ ਉਦੋਂ ਇੰਨਾ ਹਾਲਾਂਕਿ ਐਡਵਾਂਸ ਸਿਸਟਮ ਨਹੀਂ ਸੀ, ਹੁਣ ਆਪਾਂ ਕਾਫੀ ਐਡਵਾਂਸ ਹੋ ਗਏ ਹਾਂ ਤੇ ਕਿੰਨਾ ਕੁ ਇਹਦੇ ਨਾਲ ਨੁਕਸਾਨ ਹੈ ਜਿਹੜਾ ਹੋ ਸਕਦਾ? ਅੱਜ ਕੱਲ੍ਹ ਦੇ ਵੈਪਨਸ ਨੇ ਬਹੁਤ ਜ਼ਿਆਦਾ ਡਿਸਟਰਕਟਿਵ ਨੇ ਔਰ ਬਹੁਤ ਜ਼ਿਆਦਾ ਐਕੂਰੇਟ ਵੀ ਹੈ। ਇਸ ਕਰਕੇ ਰਸ਼ੀਆ ਨੇ ਜੋ ਕੀਤਾ ਹੈ, ਉਹਨਾਂ ਨੇ ਉਹਦੇ ਕਮਾਂਡ ਕੰਟਰੋਲ ਡਿਫੈਂਸ ਦੇ ਸਿਸਟਮ ਨੂੰ ਖਤਮ ਕਰ ਦਿੱਤਾ ਹੈ ਔਰ ਉਹਨਾਂ ਨੂੰ ਤਕਰੀਬਨ ਇਮੋਬਲਾਈਜ਼ ਕਰ ਦਿੱਤਾ ਹੈ। ਦੂਜਾ, ਉਹ ਸ਼ਾਇਦ ਸਾਈਬਰ ਅਟੈਕ ਕਰਕੇ ਉਹਨਾਂ ਦਾ ਬਾਕੀ ਕੰਪਿਊਟਰ ਵਗੈਰਾ ਨੂੰ ਵੀ ਬੰਦ ਕਰ ਦੇਣਗੇ। ਔਰ ਅੱਜ ਕੱਲ੍ਹ ਦੇ ਜ਼ਮਾਨੇ 'ਚ ਰਸ਼ੀਆ ਯੂਕਰੇਨ ਨਾਲੋਂ ਬਹੁਤ ਜ਼ਿਆਦਾ ਤਗੜਾ ਹੈ। ਯੂਕਰੇਨ ਜ਼ਿਆਦਾ ਦੇਰ ਰਸ਼ੀਆ ਦੇ ਸਾਹਮਣੇ ਟਿਕ ਨਹੀਂ ਸਕਦਾ, ਤਾਂ ਹੋਰ 1-2 ਦਿਨਾਂ ਤੱਕ रूस इसनूं पूरी तरीके नाल न्यूट्रलाइज करेगा। बल्कि रूस ने ऑलरेडी कॉल दी है कि तुसीं अपने हथियार फेंक दो और फिर हम बातचीत करेंगे और इसदा डिप्लोमेटिक सलूशन लभांगे। पर जिन्ना चिर रजीम चेंज नहीं हुंदी या रजीम चेंज की गारंटी नहीं मिलती, उन्ना चिर ये जंग जारी रहेगी और मेरे हिसाब नाल कुछ दिनों तो बाद यूक्रेन ਦੇ ਵਿੱਚ रजीम चेंज ਦੇ बंदोबस्त हो जाएगा और उस तो बाद इसदा डिप्लोमेटिक हल मिल जाएगा। ਦੇਖੀ ਜਾਏ ਤਾਂ ਇੱਕ ਪਾਸੇ ਸਾਰੇ ਹੀ ਨੇ ਜਿਹੜੇ ਉਹ ਚਾਹੁੰਦੇ ਨੇ ਕਿ ਇਹ ਜਿਹੜੀ ਜੰਗ ਹੈ ਖਤਮ ਹੋ ਜਾਵੇ, ਪਰ ਮੈਂ ਜਾਣਨਾ ਚਾਹਾਂਗੀ ਉੱਥੋਂ ਦੇ ਜਿਹੜੇ ਲੋਕ ਨੇ ਉਹ ਬੜੇ ਹੀ ਜ਼ਿਆਦਾ ਪੋਜ਼ੈਸਿਵ ਜੇ ਜਿਵੇਂ ਆਨਸਰ ਪਾ ਰਹੇ ਨੇ, ਕੁਛ ਨਾ ਕੁਛ ਲਿਖ ਕੇ ਪਾ ਰਹੇ ਨੇ। 9 ਵਾਰ ਦੇ ਮੈਸੇਜ ਯੂਕਰੇਨ ਵੱਲੋਂ ਵੀ, ਰਸ਼ੀਆ ਵੱਲੋਂ ਵੀ, ਖਾਸ ਤੌਰ 'ਤੇ ਹਰ ਇੱਕ ਦੇਸ਼ ਦੇ ਕੋਨੇ ਤੱਕ ਜਿੱਥੇ ਇਹ ਗੱਲ ਗਈ ਹੈ ਸਾਰੇ ਚਾਹੁੰਦੇ ਨੇ ਕਿ ਇਹ ਨਾ ਹੋਵੇ। ਮੈਂ ਜਾਣਨਾ ਚਾਹਾਂਗੀ ਕਿ ਉਸ ਵੇਲੇ ਜਦੋਂ ਜੰਗ ਦੇ ਵਿੱਚ ਇੱਕ ਸੈਨਿਕ ਹੁੰਦਾ, ਕਿਉਂਕਿ ਤੁਸੀਂ ਆਪ ਉੱਥੇ ਰਹੇ ਹੋ, ਉਹਦੇ ਦਿਮਾਗ ਦੇ ਵਿੱਚ ਕੀ ਚੱਲਦਾ ਹੁੰਦਾ, ਉਹਦੀ ਮਨੋਸਥਿਤੀ ਕਿੱਦਾਂ ਦੀ ਹੁੰਦੀ ਔਰ ਉਸ ਤੋਂ ਬਾਅਦ ਜਦੋਂ ਜੰਗ ਹਟ ਜਾਂਦੀ ਹੈ ਉਸ ਤੋਂ ਬਾਅਦ ਕਿਹੋ ਜਿਹਾ ਮਾਹੌਲ ਹੁੰਦਾ? ਦੇਖੋ, ਜੰਗ ਕੋਈ ਵੀ ਨਹੀਂ ਚਾਹੁੰਦਾ। ਸਭ ਤੋਂ ਵੱਡੀ ਹੈ ਕਿ ਫੌਜੀ ਕਦੇ ਜੰਗ ਨਹੀਂ ਚਾਹੁੰਦਾ, ਪਰ ਜੰਗ ਇੱਕ ਨੈਸੈਸਰੀ ਈਵਲ ਜਦੋਂ ਬਣ ਜਾਏ ਤਾਂ ਫਿਰ ਉਹ ਪੂਰੇ ਤਰੀਕੇ ਨਾਲ ਉਹਨੂੰ ਲੜਨਾ ਚਾਹੀਦਾ, ਲੜਦੇ ਨੇ। ਜਿੱਥੋਂ ਤੱਕ ਲੋਕਾਂ ਦਾ ਸਵਾਲ ਹੈ, ਜੋ 9 ਵਾਰ ਸਲੋਗਨ ਵਗੈਰਾ ਲਾਉਂਦੇ ਨੇ, ਉਹ ਠੀਕ ਹੈ ਕਿਉਂਕਿ ਕੋਈ ਜੰਗ ਨਹੀਂ ਚਾਹੁੰਦਾ ਔਰ ਇਸੇ ਕਰਕੇ ਇੱਕ ਸੈਂਟੀਮੈਂਟ ਹੈ ਕਿ ਵਾਰ ਨਾ ਹੋਏ ਔਰ ਇਹ ਚੰਗੀ ਸੈਂਟੀਮੈਂਟ ਹੈ। ਪਰ ਜੋ ਇਨਵੋਲਵਡ ਬੰਦੇ ਨੇ ਉਹ ਜਿੰਨਾ ਚਿਰ ਉਹਨਾਂ ਦਾ ਆਬਜੈਕਟਿਵ ਅਚੀਵ ਨਹੀਂ ਹੋਏਗਾ ਉਹਨਾਂ ਚਿਰ ਉਹ ਵਾਰ ਕਰਦੇ ਰਹਿਣਗੇ, ਉਹਨਾਂ ਚਿਰ ਉਹ ਜੰਗ ਜਾਰੀ ਰਹੇਗੀ। ਜਿਸ ਤਰ੍ਹਾਂ ਮੈਂ ਕਿਹਾ ਕਿ ਰਸ਼ੀਆ ਦਾ ਆਬਜੈਕਟਿਵ ਹੈ ਰਜੀਮ ਚੇਂਜ ਕਰਨਾ ਯੂਕਰੇਨ ਦੇ ਵਿੱਚ, ਜਿੰਨਾ ਚਿਰ ਰਜੀਮ ਚੇਂਜ ਨਹੀਂ ਹੁੰਦੀ ਜਾਂ ਰਜੀਮ ਚੇਂਜ ਦੀ ਗਰੰਟੀ ਨਹੀਂ ਮਿਲਦੀ ਉਹਨਾਂ ਚਿਰ ਇਹ ਜੰਗ ਜਾਰੀ ਰਹੇਗੀ ਔਰ ਹੋ ਸਕਦਾ ਹੈ ਜਲਦੀ ਹੀ ਰਜੀਮ ਚੇਂਜ ਉੱਧਰ ਹੋ ਜਾਏ, ਕਿਉਂਕਿ ਰਸ਼ੀਆ ਕਿਸੇ ਵੀ ਹਾਲਤ 'ਚ ਨਹੀਂ ਚਾਹੇਗਾ ਕਿ ਯੂਕਰੇਨ ਨੈਟੋ ਦਾ ਹਿੱਸਾ ਬਣੇ। ਆਖਰੀ ਸਵਾਲ ਮੈਂ ਲਵਾਂਗੀ ਕਿ ਇਸ ਦਾ ਇੱਕ ਤਾਂ ਕੀ ਹੱਲ ਨਿਕਲੇਗਾ ਤੇ ਉਸ ਤੋਂ ਬਾਅਦ ਯੂਕਰੇਨ ਦੇ ਹਾਲਾਤ ਕੀ ਹੋ ਜਾਣਗੇ ਜੇ ਰਸ਼ੀਆ ਦੀ ਗੱਲ ਯੂਕਰੇਨ ਮੰਨ ਜਾਂਦਾ ਹੈ? ਜੇ ਰਸ਼ੀਆ ਦੀ ਗੱਲ ਯੂਕਰੇਨ ਮੰਨ ਜਾਂਦਾ ਹੈ ਤਾਂ ਸ਼ਾਂਤੀ ਹੋ ਜਾਏਗੀ। ਰਸ਼ੀਆ ਦਾ ਜੋ ਇਨਫਲੂਐਂਸ ਹੈ ਯੂਕਰੇਨ ਦੇ ਉੱਤੇ ਬਣਾ ਰਹੇਗਾ। ਨੈਟੋ ਯੂਕਰੇਨ ਦੇ ਅੰਦਰ नहीं आएगी और सिचुएशन जैसे पहले सी इस क्राइसिस तो उस तरह हो जाएगी। दूसरा, अगर ये जंग चलती रही है तो पेट्रोल प्राइसिस वगैरह बढ़ जाएगियाँ, फूड प्राइसिस बढ़ जाएगियाँ, क्योंकि यूक्रेन फूड सरप्लस कंट्री है, वो काफ़ी कंट्री ਨੂੰ फूड
ਐਕਸਪੋਰਟ ਕਰਦਾ ਹੈ। ਅਗਰ ਫੂਡ ਪ੍ਰਾਈਸਿਸ ਵੱਧਦੀਆਂ ਨੇ ਤਾਂ ਉਹਨਾਂ ਕੰਟਰੀ ਨੂੰ ਨੁਕਸਾਨ ਹੋਏਗਾ, ਪਰ ਸਾਨੂੰ ਇਹਦਾ ਫਾਇਦਾ ਹੋ ਸਕਦਾ ਹੈ ਕਿਉਂਕਿ ਅਸੀਂ ਵੀ ਫੂਡ ਸਰਪਲਸ ਆ। ਅਗਰ ਓਵਰਆਲ ਫੂਡ ਸ਼ਾਰਟੇਜ ਹੁੰਦੀ ਹੈ ਤਾਂ ਸਾਡਾ ਫੂਡ ਵੀ ਸ਼ਾਇਦ ਬਾਹਰ ਜਾਣਾ ਸ਼ੁਰੂ ਹੋ ਜਾਏ, ਜਿਹਦੇ ਨਾਲ ਸਾਡੇ ਕਿਸਾਨਾਂ ਨੂੰ ਫਾਇਦਾ ਹੋਏਗਾ। ਤਾਂ ਸਾਰੀ ਗੱਲਬਾਤ ਯੂਕਰੇਨ ਅਤੇ ਰੂਸ ਦੇ ਵਿਚਾਲੇ ਜੋ ਚੱਲ ਰਿਹਾ ਹੈ ਤਣਾਅ ਅਤੇ ਜੰਗ, ਉਸ ਦੇ ਬਾਰੇ ਅਸੀਂ ਜਾਣੀ ਹੈ ਤੇ ਉਮੀਦ ਕਰਦੇ ਹਾਂ ਕਿ ਇਹ ਜਿਹੜੀ ਜੰਗ ਹੈ ਜਲਦ ਹੀ ਖਤਮ ਹੋ ਜਾਵੇਗੀ ਤੇ ਸ਼ਾਂਤੀ ਦੇ ਵੱਲ ਇਹ ਦੋਵੇਂ ਦੇਸ਼ ਵਧਣਗੇ। ਵੀਡੀਓ ਜਰਨਲਿਸਟ ਦੀਪਕ ਦੇ ਨਾਲ ਸਕਰੋਲ ਪੰਜਾਬ ਦੇ ਲਈ ਮੈਂ ਹਰਸਿਮਰਤ ਪੌਲ, ਮੋਹਾਲੀ।